ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਧੰਨ ਵਾਹਿਗੁਰੂ ਸਾਹਿਬ ਜੀ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਜੇ 100 ਵਰ੍ਹਿਆਂ ਜੀਵਣਾ, ਭੀ ਤਨ ਹੋਸੀ ਖੇਹ। ਜੇ 100 ਵਰ੍ਹਿਆਂ ਜੀਵਣਾ, ਭੀ ਤਨ ਹੋਸੀ ਖੇਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਅਸੀਸਾਂ ਦੇ ਪਾਤਰ ਬਣ ਰਹੇ ਹਾਂ। ਆਓ ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਦੇ ਵਿੱਚ ਸੱਜ ਕੇ ਬੈਠੇ ਹੋ, ਤੁਰ ਕੀ ਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਸਾਹਿਬ ਦੇ ਚਰਨਾਂ ਵਿੱਚ ਝੁਕਾਈਏ ਸੀਸ। ਰਸਨਾ ਨੂੰ ਕਰੋ ਪਵਿੱਤਰ। ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਸ਼ਲੋਕ ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1380 ਦੇ ਉੱਪਰ ਸ਼ੋਭਾਏਮਾਨ ਹਨ। ਲੜੀਵਾਰ ਸ਼ਲੋਕਾਂ ਦੇ ਵਿੱਚੋਂ 41 ਨੰਬਰ ਇਹ ਸ਼ਲੋਕ ਜੋ ਆਪ ਜੀ ਨੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਭਾਵੇਂ ਕਿ ਸਮੁੱਚੀ ਬਾਣੀ ਦੇ ਵਿੱਚ ਮਹਾਰਾਜ ਨੇ ਐਸੀ ਜਾਗਰਤੀ ਸਾਡੀ ਸੁਰਤ ਵਿੱਚ ਪੈਦਾ ਕੀਤੀ ਹੈ
ਕਿ ਗਰੀਬ ਨਵਾਜ ਬਾਰ-ਬਾਰ ਸਾਨੂੰ ਇਹ ਪ੍ਰੇਰਨਾ ਦੇ ਕੇ ਸਮਝਾਉਂਦੇ ਹਨ, ਅੱਜ ਤੂੰ ਭਾਵੇਂ ਭਰ ਜੋਬਨ ਦੇ ਵਿੱਚ ਹੈ, ਜਵਾਨੀ ਦੇ ਵਿੱਚ ਹੈ, ਬਚਪਨ ਦੇ ਵਿੱਚ ਹੈ, ਇਹ ਸਰੀਰ ਬੁਢਾਪੇ ਵੱਲ ਨੂੰ ਵੱਧ ਰਿਹਾ ਹੈ, ਬਜ਼ੁਰਗੀ ਵੱਲ ਨੂੰ ਵੱਧ ਰਿਹਾ ਹੈ, ਆਖਰ ਇਹ ਸਰੀਰ ਰਾਖ ਦੀ ਢੇਰੀ, ਮਿੱਟੀ ਦੀ ਢੇਰੀ ਹੋ ਜਾਵੇਗਾ। ਐਸੇ ਬਚਨ ਬਹੁਤ ਵਾਰੀ ਮਹਾਰਾਜ ਨੇ ਬਾਣੀ ਦੇ ਵਿੱਚ ਵਰਤੇ ਨੇ। ਜਿੱਥੇ ਇਸ ਤਰੀਕੇ ਨਾਲ ਸਮਝਾਉਣ ਦੀ ਮਹਾਰਾਜ ਨੇ ਕੋਸ਼ਿਸ਼ ਕੀਤੀ ਹੈ, ਇਉਂ ਵੀ ਮਨੁੱਖ ਨੂੰ ਆਪਣੀ ਹਸਤੀ ਦਾ ਅਹਿਸਾਸ ਕਰਵਾਇਆ ਹੈ। ਨੈਣੋ ਨੀਰ ਬਹੇ ਤਨ ਖੀਨਾ, ਭੈ ਕੇਸ਼ ਦੁੱਧਵਾਨੀ, ਅਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਐਸੇ ਸ਼ਬਦ ਵੀ ਬਾਣੀ ਦੇ ਵਿੱਚ ਆਖੇ ਨੇ ਕਿ ਭਾਵੇਂ ਕਿ ਦੁਨਿਆਵੀ ਪਦਾਰਥਾਂ ਦੇ ਤਲ ਤੇ ਤੂੰ ਜਿਉ ਰਿਹਾ ਹੈ, ਪਰ ਤੇਰੇ ਮਨ ਵਿੱਚ ਇਹ ਵੀ ਖਾਸ਼ ਹੈ ਕਿ ਅਜੇ ਸਮਾਂ ਨਹੀਂ ਹੈ, ਅਜੇ ਸਮਾਂ ਨਹੀਂ ਹੈ, ਸਮਾਂ ਆਵੇਗਾ, ਮੈਂ ਬੰਦਗੀ ਇਬਾਦਤ ਵਾਲੇ ਪਾਸੇ ਤੁਰਾਂਗਾ, ਰੱਬ ਦੇ ਨਾਮ ਵਾਲੇ ਪਾਸੇ ਤੁਰਾਂਗਾ। ਪਰ ਜਿਸ ਸਮੇਂ ਦੀ ਤੂੰ ਉਡੀਕ ਵਿੱਚ ਹੈ, ਜਦ ਉਹ ਸਮਾਂ ਆਵੇਗਾ ਤੇ ਤੇਰੇ ਕੋਲੋਂ ਅਸਲੀਅਤ ਦੇ ਵਿੱਚ ਜ਼ਿੰਦਗੀ ਦਾ ਸਰਮਾਇਆ ਉਸ ਸਮੇਂ ਤੱਕ ਲੁੱਟਿਆ ਗਿਆ ਹੋਵੇਗਾ। ਤੇਰੇ ਕੋਲੋਂ ਬਹੁਤ ਗਵਾਚ ਚੁੱਕਿਆ ਹੋਵੇਗਾ, ਬਹੁਤ ਕੁਝ ਤੂੰ ਉਸ ਵਕਤ ਗਵਾ ਕੇ ਕੇਵਲ ਪਛਤਾਵਾ ਪੱਲੇ ਵਿੱਚ ਬੰਨ੍ਹ ਕੇ ਤੁਰਿਆ ਫਿਰਦਾ ਹੋਵੇਗਾ। ਇਸ ਲਈ ਮਹਾਰਾਜ ਨੇ ਸਾਨੂੰ ਹਰ ਪਲ ਹਰ ਘੜੀ ਸੁਚੇਤ ਕੀਤਾ ਹੈ, ਜਿੰਨਾ ਕੁ ਜ਼ਿੰਦਗੀ ਦਾ ਅਵਸਰ ਮਿਲਿਆ ਹੈ, ਇਹਨੂੰ ਸੰਸਾਰ ਵਿੱਚ ਰਹਿੰਦਿਆਂ ਦੁਨਿਆਵੀ ਵਿਸ਼ ਗੰਦਲਾਂ ਦੇ ਵਿੱਚ ਨਾ ਬਤੀਤ ਕਰ। ਕਿਉਂਕਿ ਆਪਾਂ ਪਹਿਲੇ ਇੱਕ ਸ਼ਲੋਕ ਦੀ ਵਿਚਾਰ ਕੀਤੀ ਸੀ, ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਭਾਵ ਕਿ ਦੁਨਿਆਵੀ ਪਦਾਰਥ ਜਿੰਨੇ ਵੀ ਹਨ ਉਹ ਇੱਕ ਤਰ੍ਹਾਂ ਵਿਸ਼ ਗੰਦਲਾਂ ਹਨ। ਜਿਵੇਂ ਕਿਸੇ ਵਸਤੂ ਨੂੰ ਜ਼ਹਿਰ ਵਾਲੀ ਵਸਤੂ ਨੂੰ ਕੋਈ ਮਿੱਠੀ ਚੀਜ਼ ਦੇ ਨਾਲ ਲਪੇਟ ਕੇ ਦਿੱਤਾ ਜਾਵੇ, ਉਹਨੂੰ ਗਲੇਫ ਕੀਤਾ ਜਾਵੇ ਮਿੱਠੀ ਚੀਜ਼ ਦੇ ਨਾਲ, ਖਾਣ ਲੱਗਿਆਂ ਜ਼ੁਬਾਨ ਤੇ ਇੰਜ ਲੱਗੇਗਾ ਵੀ ਇਹਦੀ ਮਿਠਾਸ ਬੜੀ ਹੈ, ਪਰ ਉਹਦਾ ਜਿਹੜਾ ਰਿਐਕਸ਼ਨ ਹੈ, ਉਹਦਾ ਜਿਹੜਾ ਇਫੈਕਟ ਹੈ, ਉਹ ਜ਼ਹਿਰੀਲਾ ਹੈ। ਉਹ ਸਾਡੀ ਬਾਡੀ ਦੇ ਵਿੱਚ ਹਲਚਲ ਪੈਦਾ ਕਰੇਗਾ, ਉਹ ਸਾਡੇ ਸਰੀਰ ਨੂੰ ਨਾਸ਼ ਕਰੇਗਾ। ਇੱਦਾਂ ਹੀ ਭਾਵੇਂ ਕਿ ਦੁਨਿਆਵੀ ਗੱਲਾਂ ਬਾਤਾਂ ਜਿੰਨੀਆਂ ਅਸੀਂ ਸੁਣਦੇ ਹਾਂ ਰਸ ਦੇ ਲਈ ਲੱਗਦੀਆਂ ਚੰਗੀਆਂ ਨੇ, ਪਰ ਸਾਡੀ ਸੁਰਤ ਵਿੱਚ ਬੜਾ ਵੱਡਾ ਇਫੈਕਟ ਪਾਉਂਦੀਆਂ ਨੇ, ਸਾਡੀ ਸੁਰਤ ਵਿੱਚ ਹਲਚਲ ਮਚਾ ਦਿੰਦੀਆਂ ਨੇ, ਸਾਨੂੰ ਸਹੀ ਜ਼ਿੰਦਗੀ ਦੇ ਨਿਸ਼ਾਨੇ ਤੋਂ, ਮਾਰਗ ਤੋਂ ਭਟਕਾ ਦਿੰਦੀਆਂ ਨੇ। ਇਸ ਲਈ ਦੁਨੀਆ ਦੇ ਵਿੱਚ ਜਿੰਨਾ ਕਰਮ ਕਾਂਡ ਤੇ ਜਿੰਨਾ ਕੁਝ ਅੱਜ ਵੱਧ ਰਹੀ ਕਰਪਸ਼ਨ ਜਾਂ ਵੱਧ ਰਹੇ ਕਰਮ ਕਾਂਡ ਜਾਂ ਜਿੰਨਾ ਕੁਝ ਚੋਰੀ ਜਾਰੀ ਝੂਠ ਫਰੇਬ, ਇਹ ਸਾਰਾ ਕੁਝ ਦੇਖਦੇ ਹਾਂ, ਇਸ ਦੇ ਵਧਣ ਦਾ ਹੀ ਮੂਲ ਕਾਰਨ ਇਹ ਹੈ ਕਿ ਬੰਦੇ ਨੇ ਉਹਨਾਂ ਵਿਸ਼ ਗੰਦਲਾਂ ਦੇ ਨਾਲ ਸਨੇਹ ਬਣਾਇਆ। ਜੋ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ, ਰੂਪ ਉਹਦਾ ਹੋਰ ਹੈ ਤੇ ਅਸਰ ਉਹਦਾ ਹੋਰ ਹੈ। ਜਿਵੇਂ ਵੇਖਣ ਵਾਸਤੇ ਫਲ ਪੱਕਾ ਹੋਵੇ, ਲੱਗਦਾ ਇੰਝ ਹੈ ਵੀ ਜਿਵੇਂ ਪੱਕਾ ਹੈ, ਬੰਦਾ ਜਲਦੀ ਦੇ ਨਾਲ ਉਸ ਫਲ ਨੂੰ ਖਾਣ ਦੀ ਕੋਸ਼ਿਸ਼ ਕਰੇ, ਪਰ ਬਾਹਰੋਂ ਤਾਂ ਵੇਖਣ ਨੂੰ ਬੜਾ ਸੋਹਣਾ ਰੂਪ ਸੀ, ਬੜਾ ਸੋਹਣਾ ਰੰਗ ਸੀ, ਪਰ ਉਸ ਫਲ ਦੀ ਤਾਸੀਰ ਪੱਕੀ ਨਹੀਂ ਹੈ, ਰਸਦਾਰ ਨਹੀਂ ਹੈ, ਉਹਦੇ ਅੰਦਰ ਅਜੇ ਰਸ ਨਹੀਂ ਹੈ, ਉਹ ਤਾਂ ਅਜੇ ਫਲ ਉਸੇ ਤਰ੍ਹਾਂ ਹੀ ਕੌੜਾ ਹੈ ਜਿਵੇਂ ਉਹ ਪਹਿਲਾਂ ਸੀ। ਉਹਦਾ ਰੰਗ ਬਦਲਿਆ, ਉਹਦਾ ਬਾਹਰੋਂ ਰੂਪ ਬਦਲਿਆ। ਦੁਨਿਆਵੀ ਪਦਾਰਥ ਵੀ ਬਿਲਕੁਲ ਇਸੇ ਤਰ੍ਹਾਂ ਹੈ, ਦੁਨਿਆਵੀ ਗੱਲਾਂ ਬਾਤਾਂ ਵੀ ਇਸੇ ਤਰ੍ਹਾਂ ਹੈ। ਜਿਵੇਂ ਬੰਦਾ ਦੁਨਿਆਵੀ ਗੱਲਾਂ ਦਾ ਰਸ ਮਾਣਦਾ ਹੈ, ਉਸ ਵਕਤ ਬੜਾ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦਾ ਹੈ, ਪਰ ਸਮਾਂ ਗੁਜ਼ਰ ਜਾਣ ਤੋਂ ਬਾਅਦ ਪਤਾ ਲੱਗਦਾ ਵੀ ਇਹ ਤਾਂ ਜਿਹੜੀਆਂ ਗੱਲਾਂ ਮੈਂ ਸੁਣੀਆਂ ਸੀ ਮੇਰਾ ਨੁਕਸਾਨ ਕਰ ਰਹੀਆਂ ਨੇ। ਕਿਉਂ ਗੁਰਬਾਣੀ ਦੇ ਅੰਦਰ ਜ਼ੋਰ ਦਿੱਤਾ ਗਿਆ ਸਤ ਸੰਗਤ ਕਰ? ਕਿਉਂਕਿ ਸਤ ਸੰਗਤ ਵਿੱਚ ਬੈਠ ਕੇ ਕੁਝ ਮਾੜਾ ਸੁਣਨ ਲਈ ਨਹੀਂ ਮਿਲੇਗਾ। ਗੁਰੂ ਸੰਗਤ ਵਿੱਚ ਬੈਠ ਕੇ ਤੇਰੇ ਜੀਵਨ ਦੀ ਅਸਲੀਅਤ ਤੈਨੂੰ ਮਿਲੇਗੀ। ਗੁਰੂ ਸੰਗਤ ਵਿੱਚ ਬੈਠ ਕੇ ਨਾਮ ਦਾ ਖਜ਼ਾਨਾ ਮਿਲੇਗਾ।
ਗੁਰੂ ਸੰਗਤ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਮਿਲੇਗੀ। ਜਿਸ ਬਾਣੀ ਦੀ ਵਿਚਾਰ ਨੇ ਸਾਨੂੰ ਸਾਡੇ ਮਨ ਦੀ, ਸਾਡੀ ਆਤਮਿਕ ਤਾਕਤ ਸ਼ਕਤੀ ਜਿਹੜੀ ਹੈ ਉਹਨੂੰ ਤੰਦਰੁਸਤੀ ਵਾਲੇ ਪਾਸੇ ਨੂੰ ਤੋਰਨਾ ਹੈ। ਇਹ ਗੁਰਬਾਣੀ ਦੀ ਵਿਚਾਰ ਦਾ ਇਹ ਫਲ ਹੋਵੇਗਾ। ਤੋ ਜਦੋਂ ਵੀ ਬੰਦਾ ਸੰਗਤ ਵਿੱਚ ਬੈਠੇ, ਮਹਾਰਾਜ ਨੇ ਇਸ ਲਈ ਪ੍ਰੇਰਨਾ ਕੀਤੀ ਹੈ। ਸਤਿਗੁਰੂ ਕਹਿੰਦੇ ਸੰਗਤ ਵਿੱਚ ਬੈਠ, ਹਿਰਦੇ ਦਾ ਬਰਤਨ ਸਿੱਧਾ ਕਰਕੇ ਬੈਠ, ਤਾਂ ਕਿ ਉਹ ਬਰਤਨ ਚੰਗੀ ਵਿਚਾਰ ਦੇ ਨਾਲ ਭਰ ਜਾਵੇ। ਉਹ ਵਿਚਾਰ ਜਿਹੜੀ ਤੈਨੂੰ ਦੁਨਿਆਵੀ ਵਿਸ਼ਗੰਦਲਾਂ ਤੋਂ ਬਚਾ ਸਕੇ, ਦੁਨਿਆਵੀ ਪਦਾਰਥਾਂ ਤੋਂ ਉੱਪਰ ਉੱਠ ਕੇ ਜਿਉਣ ਲਈ ਪ੍ਰੇਰਨਾ ਦੇਵੇ। ਮਨੁੱਖ ਦਾ ਸੁਭਾਅ ਕੇਵਲ ਪਦਾਰਥਵਾਦੀ ਸੋਚ ਤੱਕ ਹੈ, ਕਿਉਂਕਿ ਇਹ ਪ੍ਰਕਰਣ ਜਿਹੜਾ ਹੈ, ਇੱਕ ਇੱਕ ਪ੍ਰਕਰਣ ਦੇ ਵਿੱਚ ਲਗਾਤਾਰ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ 5-5 7-7 ਸ਼ਲੋਕ ਲਗਾਤਾਰ ਇੱਕ ਪ੍ਰਕਰਣ ਦੀ ਪ੍ਰੋੜਤਾ ਕਰ ਰਹੇ ਨੇ। ਇੱਕ ਸ਼ਲੋਕ ਦੀ ਵਾਰ-ਵਾਰ ਪ੍ਰੋੜਤਾ ਕਰਕੇ ਇੱਕ ਪ੍ਰਕਰਣ ਨੂੰ ਸਿੱਧ ਕਰ ਰਹੇ ਨੇ, ਸਪਸ਼ਟ ਕਰ ਰਹੇ ਨੇ, ਤਾਂ ਕਿ ਗੱਲ ਪੂਰੀ ਚੰਗੇ ਤਰੀਕੇ ਨਾਲ ਸਮਝ ਵਿੱਚ ਆ ਜਾਵੇ। ਅੱਜ ਦੇ ਪਾਵਨ ਸ਼ਲੋਕ ਵਿੱਚ ਵੀ ਬਾਬਾ ਫਰੀਦ ਸਾਹਿਬ ਜੀ ਨੇ ਕੁਝ ਇੱਦਾਂ ਦੀ ਗੱਲ ਕੀਤੀ ਹੈ। ਬੰਦਾ ਸਾਰੀ ਜ਼ਿੰਦਗੀ ਦੁਨਿਆਵੀ ਪਦਾਰਥਾਂ ਪਿੱਛੇ ਦੌੜਦਾ ਹੈ। ਮੈਂ ਇੱਕ ਬੇਨਤੀ ਕਰਦਾ ਜਾਵਾਂ, ਚਾਹੇ ਕੋਈ ਧਾਰਮਿਕ ਬੰਦਾ ਹੈ, ਚਾਹੇ ਕੋਈ ਸਮਾਜਿਕ ਬੰਦਾ ਹੈ, ਸਰੀਰ ਦੋਨਾਂ ਨੇ ਛੱਡਣਾ ਹੈ ਸੰਸਾਰ ਤੋਂ। ਧਾਰਮਿਕ ਲੋਕ ਵੀ ਸਰੀਰ ਛੱਡ ਕੇ ਦੁਨੀਆ ਤੋਂ ਤੁਰ ਜਾਂਦੇ ਨੇ, ਤੇ ਸਮਾਜਿਕ ਲੋਕ ਵੀ, ਆਮ ਵਿਅਕਤੀ ਵੀ ਦੁਨੀਆ ਤੋਂ ਸਰੀਰ ਛੱਡ ਕੇ ਤੁਰ ਜਾਂਦਾ ਹੈ। ਆਖਰ ਸਰੀਰ ਤਾਂ ਛੱਡਣਾ ਹੀ ਪਵੇਗਾ, ਕਿੰਨੀ ਕੁ ਉਮਰ ਬੰਦਾ ਭੋਗ ਲਵੇਗਾ। ਬਾਬਾ ਫਰੀਦ ਸਾਹਿਬ ਤਾਂ ਆਖਦੇ ਨੇ, ਜੇ 100 ਵਰਿਆਂ ਜੀਵਣਾ, ਵੀ ਕਈ 100 ਵਰੇ ਤੂੰ ਜੀਵ ਹੀ ਲਵੇਂ, ਕਈ ਸਾਲ ਤੂੰ ਜ਼ਿੰਦਗੀ ਬਤੀਤ ਕਰ ਲਵੇਂ, ਆਖਰ ਕੀ ਹੋਵੇਗਾ? ਕਹਿੰਦੇ ਭੀ ਤਨ ਹੋਸੀ ਖੇ। ਇਹ ਸਰੀਰ ਆਖਰ ਤਾਂ ਖੇ ਹੋਵੇਗਾ, ਆਖਰ ਤਾਂ ਮਿੱਟੀ ਹੋਵੇਗਾ। ਇਹੋ ਬਾਬਾ ਫਰੀਦ ਸਾਹਿਬ ਨੇ ਜਿਹੜੇ ਆਪਣੀ ਬਾਣੀ ਦੇ ਵਿੱਚ ਆਵਾਜ਼ ਦੇ ਕੇ ਕਹਿੰਦੇ ਨੇ, ਫਰੀਦਾ ਗੋਰ ਨਿਮਾਣੀ ਛੱਡ ਕਰੇ ਨੇ ਘਰਿਆ ਘਰ ਆਓ। ਗੋਰ ਦਾ ਅਰਥ ਹੁੰਦਾ ਹੈ ਉਹ ਕਬਰ ਜਿਸ ਦੇ ਵਿੱਚ ਮੁਰਦੇ ਨੂੰ ਦਫਨਾਇਆ ਜਾਂਦਾ ਹੈ। ਇਸਲਾਮ ਦੇ ਵਿੱਚ ਜਦੋਂ ਕੋਈ ਵਿਅਕਤੀ ਚੜ੍ਹਾਈ ਕਰ ਜਾਵੇ ਤੇ ਉਹਦੀ ਮਿਣਤੀ ਕਰਕੇ ਕਬਰ ਤਿਆਰ ਕੀਤੀ ਜਾਂਦੀ ਹੈ, ਔਰ ਉਸ ਕਬਰ ਦੇ ਵਿੱਚ ਉਸ ਬਾਡੀ ਨੂੰ ਬੜੇ ਢੰਗ ਦੇ ਨਾਲ ਜਿਹੜਾ ਵਾ ਰੱਖਿਆ ਜਾਂਦਾ ਹੈ ਲੰਬੇ ਸਮੇਂ ਦੇ ਲਈ, ਔਰ ਲੰਬਾ ਸਮਾਂ ਉਹਦੇ ਵਿੱਚ ਰਹਿਣ ਤੋਂ ਬਾਅਦ ਸਰੀਰ ਗਲ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ। ਪਰ ਇਸਲਾਮ ਮਤ ਦਾ ਇੱਕ ਖਿਆਲ ਹੈ ਵੀ ਹਜ਼ਰਤ ਮੁਹੰਮਦ ਸਾਹਿਬ ਇੱਕ ਦਿਨ ਆਉਣਗੇ, ਕਿਆਮਤ ਦਾ ਦਿਨ ਆਵੇਗਾ ਤੇ ਮੁਹੰਮਦ ਸਾਹਿਬ ਆਉਣਗੇ। ਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਉਣਗੇ ਤੇ ਜਿੰਨੇ ਮੁਰਦੇ ਨੇ ਕਬਰਾਂ ਦੇ ਵਿੱਚ, ਇਹ ਉੱਠ ਕੇ ਖੜੇ ਹੋਣਗੇ। ਇਹ ਸਾਰੇ ਮੁਰਦੇ ਕਬਰਾਂ ਦੇ ਵਿੱਚੋਂ ਉੱਠ ਕੇ ਬੈਠ ਜਾਣਗੇ। ਸਭਨਾਂ ਦਾ ਲੇਖਾ ਜੋਖਾ ਹੋਵੇਗਾ। ਜਿਨ੍ਹਾਂ ਨੇ ਮਾੜੇ ਕਰਮ ਕੀਤੇ ਹੋਣਗੇ, ਜਿਨ੍ਹਾਂ ਨੇ ਕੁਕਰਮ ਕੀਤੇ ਹੋਣਗੇ, ਉਹਨਾਂ ਨੂੰ ਦੋਜ਼ਖ ਵਿੱਚ ਭੇਜਿਆ ਜਾਵੇਗਾ, ਭਾਵ ਉਹ ਨਰਕ ਵੱਲ ਨੂੰ ਭੇਜੇ ਜਾਣਗੇ। ਤੇ ਜਿਨ੍ਹਾਂ ਦੇ ਕਰਮ ਚੰਗੇ ਹੋਣਗੇ, ਉਹਨਾਂ ਨੂੰ ਬਿਸ਼ਤ ਵੱਲ ਭੇਜਿਆ ਜਾਵੇਗਾ, ਭਾਵ ਸਵਰਗਾਂ ਦੇ ਵਿੱਚ ਭੇਜਿਆ ਜਾਵੇਗਾ। ਇਦਾਂ ਦਾ ਖਿਆਲ ਇਸਲਾਮ ਮਤ ਦਾ ਹੈ। ਔਰ ਉਸ ਗੱਲ ਦਾ ਜ਼ਿਕਰ ਕਰਦਿਆਂ, ਉਸ ਕਬਰ ਦਾ ਜ਼ਿਕਰ ਕਰਦਿਆਂ ਜਿਸ ਕਬਰ ਦੇ ਵਿੱਚ ਮੁਰਦਾ ਦਫਨਾਇਆ ਜਾਂਦਾ ਹੈ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਗੌਰ ਆਵਾਜ਼ਾਂ ਮਾਰਦੀ ਹੈ, ਉਹ ਕਬਰ ਆਵਾਜ਼ਾਂ ਮਾਰਦੀ ਹੈ ਵੀ ਨੇਕ ਘਰਿਆ ਬੰਦਿਆ, ਤੂੰ ਕਿੱਧਰ ਭੱਜਾ ਫਿਰਦਾ ਹੈ, ਕਿੱਧਰ ਦੌੜਿਆ ਫਿਰਦਾ ਹੈ, ਐਵੇਂ ਹੀ ਸਾਰੀ ਜ਼ਿੰਦਗੀ ਇਕੱਠਾ ਕਰਦਾ ਹੈ, ਐਵੇਂ ਹੀ ਭਟਕਦਾ ਫਿਰਦਾ ਹੈ, ਬਿਨਾਂ ਲੋੜ ਤੋਂ ਹੀ ਤੂੰ ਬੰਦਿਆ ਭਟਕਦਾ ਫਿਰਨਾ ਹੈ। ਮਾਫ ਕਰਿਓ, ਜਿੰਨੀ ਕੁ ਬੰਦੇ ਦੀ ਲੋੜ ਹੈ, ਜੇ ਲੋੜ ਮੁਤਾਬਕ ਜਿਉਣਾ ਸ਼ੁਰੂ ਕਰੇ ਤੇ ਜ਼ਿੰਦਗੀ 'ਚ ਦੁੱਖ ਨਹੀਂ ਹੋਣਗੇ। ਜਦੋਂ ਬੰਦਾ ਇਛਾਵਾਂ ਦੇ ਆਸਰੇ ਜਿਉਂਦਾ, ਦੁਖੀ ਉਦੋਂ ਹੁੰਦਾ ਹੈ। ਇਛਾਵਾਂ ਬਹੁਤ ਵੱਡੀਆਂ ਹੁੰਦੀਆਂ ਨੇ, ਲੋੜ ਤਾਂ ਬੜੀ ਛੋਟੀ ਜਿਹੀ ਹੁੰਦੀ ਹੈ। ਲੋੜ ਕੀ ਹੈ? ਬੰਦੇ ਦੇ 2-4 ਪ੍ਰਸ਼ਾਦੇ ਨੇ। ਇੱਛਾ ਕੀ ਹੈ? ਬਹੁਤ ਸਾਰਾ ਇਕੱਠਾ ਕਰ ਲਵਾਂ। ਲੋੜ ਕੀ ਹੈ? ਤਨ ਤੇ ਪਹਿਨਣ ਵਾਲਾ ਕੱਪੜਾ ਕਿੰਨਾ ਕੁ ਹੋਵੇਗਾ? 5 ਤੋਂ 7 ਮੀਟਰ ਹੋਵੇਗਾ। ਲੋੜ ਇੰਨੀ ਕੁ ਹੈ ਬਸ। ਤੇ ਜੇ ਬੰਦਾ ਥਾਨਾਂ ਦੇ ਥਾਨ ਇਕੱਠੇ ਕਰੇ, ਇਹ ਇੱਛਾ ਹੈ, ਲੋੜ ਨਹੀਂ ਹੈ। ਬੰਦਾ ਲੋੜ ਮੁਤਾਬਕ ਜੇ ਸੰਸਾਰ ਵਿੱਚ ਜਿਉਂਦਾ ਹੈ ਤੇ ਫਿਰ ਸੱਚਮੁੱਚ ਸੁਖੀ ਹੈ। ਜੇ ਬੰਦਾ ਲੋੜਾਂ ਨੂੰ ਛੱਡ ਕੇ ਇਛਾਵਾਂ ਦੇ ਮਗਰ ਲੱਗਦਾ ਹੈ, ਫਿਰ ਦੁਖੀ ਹੈ। ਅੱਜ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਇਉਂ ਜਦੋਂ ਕਹਿ ਦਿੰਦਾ ਨਾ ਵੀ ਬਚਿਆ ਕੁਝ ਨਹੀਂ, ਕੁਛ ਨਹੀਂ ਫਾਇਦਾ ਹੋਇਆ, ਕੁਝ ਨਹੀਂ ਖੱਟਿਆ,
ਮਿਹਨਤ ਬੜੀ ਲੱਗੀ ਹੈ, ਬੜਾ ਕੁਝ ਹੈ। ਤੁਸੀਂ ਦੇਖੋ ਵੀ 4 ਚਫੇਰੇ ਹਰ ਇੱਕ ਖੇਤਰ ਵਿੱਚੋਂ ਇਹ ਆਵਾਜ਼ ਆਉਂਦੀ ਹੈ, ਚਾਹੇ ਖੇਤੀਬਾੜੀ ਦਾ ਹੋਵੇ, ਕੋਈ ਵੀ ਕਾਰੋਬਾਰੀ ਵਿਅਕਤੀ ਹੈ ਨਾ, ਉਹਦੇ ਮਨ ਦੀ ਆਵਾਜ਼, ਉਹਦੇ ਦਿਲ ਦੀ ਆਵਾਜ਼ ਜ਼ੁਬਾਨ ਰਾਹੀਂ ਇਹੀ ਆ ਰਹੀ ਹੈ ਵੀ ਘਾਟਾ ਪੈ ਗਿਆ, ਬਚਿਆ ਹੀ ਕੁਝ ਨਹੀਂ। ਰੋਟੀ ਤਾਂ ਤੂੰ ਰਜਵੀਂ ਖਾ ਰਿਹਾ ਹੈ, ਤਨ ਤੇ ਕੱਪੜਾ ਵੀ ਹੈ ਤੇਰੇ ਕੋਲੇ ਸੋਹਣਾ ਘਰ ਵੀ ਹੈ, ਪਰ ਘਾਟਾ ਕਿਸ ਗੱਲ ਦਾ ਪੈ ਗਿਆ? ਕਿਹੜੀ ਚੀਜ਼ ਤੋਂ ਘਾਟਾ ਪੈ ਗਿਆ? ਔਰ ਜਿਸ ਚੀਜ਼ ਦੇ ਘਾਟੇ ਦਾ ਅਹਿਸਾਸ ਕਰਨਾ ਸੀ, ਉਹਨੂੰ ਬੰਦੇ ਨੇ ਕਦੀ ਚਿਤਾਰਿਆ ਹੀ ਨਹੀਂ, ਉਹਨੂੰ ਤਾਂ ਕਦੀ ਵਿਚਾਰਿਆ ਹੀ ਨਹੀਂ। ਇਉਂ ਆਖਦਾ ਵੀ ਮੈਨੂੰ ਘਾਟਾ ਪੈ ਗਿਆ, ਬਿਜ਼ਨਸ 'ਚੋਂ ਘਾਟਾ ਪੈ ਗਿਆ, ਕਾਰੋਬਾਰ ਜਿਹੜਾ ਡਾਊਨ ਚੱਲ ਰਿਹਾ ਹੈ, ਪੂੰਜੀ ਜਿਹੜੀ ਹੈ ਉਹ ਕੋਲੋਂ ਬਹੁਤ ਲਾ ਦਿੱਤੀ ਹੈ। ਇਹਨਾਂ ਪਛਤਾਵਿਆਂ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਇਉਂ ਹੀ ਗੁਜ਼ਾਰ ਦਿੰਦਾ ਹੈ। ਮਾਫ ਕਰਿਓ, ਜੇ ਘਾਟਾ ਕਹਿਣਾ ਵੀ ਹੈ ਨਾ ਤੇ ਸਾਨੂੰ ਇਉਂ ਕਹਿਣਾ ਚਾਹੀਦਾ ਵੀ ਘਾਟਾ ਬਹੁਤ ਪੈ ਗਿਆ, ਜ਼ਿੰਦਗੀ ਦੇ 50 ਸਾਲ ਗੁਜ਼ਰ ਗਏ, 50 ਸਾਲਾਂ ਵਿੱਚ ਕਮਾਇਆ ਹੀ ਕੁਝ ਨਹੀਂ, ਇਉਂ ਕਹਿਣਾ ਬਣਦਾ ਸੀ। ਵੀ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਆਖੀ ਸੀ ਉਹ ਤਾਂ ਕਮਾਈ ਕੋਈ ਨਹੀਂ ਇੱਕ ਵੀ। ਜੋ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਾਣੇ, ਆਪਣੀ ਰਜ਼ਾ ਦੇ ਵਿੱਚ ਮੈਨੂੰ ਇਸ ਸੰਸਾਰ 'ਚ ਭੇਜਿਆ ਸੀ, ਜੋ ਕਰਮ ਕਰਨ ਵਾਸਤੇ, ਉਹ ਤਾਂ ਕੀਤਾ ਹੀ ਕੋਈ ਨਹੀਂ। 50 ਸਾਲ ਬੀਤ ਗਏ, ਬੜਾ ਵੱਡਾ ਘਾਟਾ ਪੈ ਗਿਆ। ਜੋ ਮੈਂ ਕਰਨਾ ਸੀ ਉਹ ਕੀਤਾ ਨਹੀਂ, ਜੋ ਮੇਰਾ ਫਰਜ਼ ਸੀ ਉਹ ਨਿਭਾਇਆ ਨਹੀਂ, ਜਿਹੜੀ ਜ਼ਿੰਮੇਵਾਰੀ ਸੀ ਉਹਨੂੰ ਪੂਰੀ ਸਹੀ ਢੰਗ ਦੇ ਨਾਲ ਅਦਾ ਨਹੀਂ ਕਰ ਸਕਿਆ। ਜਦ ਮਨੁੱਖ ਇਸ ਗੱਲ ਤੇ ਥੋੜਾ ਵੱਧ ਜ਼ੋਰ ਦੇਵੇਗਾ ਤੇ ਉਸ ਵਕਤ ਇਛਾਵਾਂ ਕੱਟਣਗੀਆਂ। ਮਾਫ ਕਰਿਓ, ਕਈ ਵਾਰੀ ਅਸੀਂ ਸਹਿਜ ਸੁਭਾਅ ਕਹਿੰਦੇ ਵੀ ਅਸੀਂ ਲੋੜਾਂ ਵਧਾ ਲਈਆਂ, ਲੋੜਾਂ ਨਹੀਂ ਵਧੀਆਂ। ਲੋੜ ਕਿੰਨੀ ਕੁ ਬੰਦੇ ਦੀ? ਜਦੋਂ ਬੰਦਾ ਰਾਤ ਦੇ ਸਮੇਂ ਸੌਂਦਾ ਮੰਜੇ ਤੇ ਕਿੰਨੀ ਕੁ ਥਾਂ ਲੈਂਦਾ ਹੈ? ਬਾਬਾ ਫਰੀਦ ਸਾਹਿਬ ਜੀ ਨੇ ਤੇ ਵੀ ਇਉਂ ਬਾਣੀ ਵਿੱਚ ਆਖਿਆ ਹੈ ਨਾ, ਸਾਡੇ ਸੌਣ ਦੀ ਥਾਂ ਵੀ ਦੱਸੀ ਹੈ ਬਾਣੀ ਦੇ ਵਿੱਚ, ਸਾਡੇ ਸਰੀਰ ਦੀ ਜਿੰਨੀ ਕੁ ਲੋੜ ਹੈ ਉਹਦੇ ਮੁਤਾਬਕ ਉਹਦਾ ਜ਼ਿਕਰ ਵੀ ਕੀਤਾ ਹੈ। ਤੋ ਬੰਦਾ ਜੇ ਇਉਂ ਆਖੇ ਵੀ ਜਦੋਂ ਮਨੁੱਖ ਘਰ ਤਿਆਰ ਕਰਦਾ ਨਾ, ਤੇ ਘਰ ਤਿਆਰ ਕਰਨ ਲੱਗਿਆਂ ਕਿਸੇ ਆਰਕੀਟੈਕਟ ਦੀ ਸਲਾਹ ਲੈਂਦਾ ਹੈ। ਜਦੋਂ ਸਲਾਹ ਲੈਂਦਾ ਹੈ ਨਾ, ਉਹਨੂੰ ਕਹਿੰਦਾ ਵੀ ਇੰਨਾ ਕੁ ਵੱਡਾ ਘਰ ਬਣਾਉਣਾ। ਘਰ ਤਾਂ ਤੂੰ ਬਣਾ ਲਿਆ, ਤੇ ਉਸ ਘਰ ਦੇ ਇੱਕ ਕਮਰੇ ਦੇ ਵਿੱਚ ਤੇਰੀ ਥਾਂ ਕਿੰਨੀ ਹੈ, ਪਹਿਲਾਂ ਇਸ ਗੱਲ ਵੱਲ ਖਿਆਲ ਕਰ। ਲੋੜ ਤੇਰੀ ਕਿੰਨੀ ਕੁ ਹੈ ਭਲਾ? ਬਾਕੀ ਤਾਂ ਸਭ ਕੁਝ ਬੰਦੇ ਦੇ ਕੋਲ ਵਿਖਾਵਾ ਹੀ ਹੈ ਨਾ, ਵੀ ਜਿੰਨਾ ਮਰਜ਼ੀ ਕਰ ਲਵੇ, ਦਿਖਾਵਾ ਕਰ ਲਵੇ ਆਪਣੇ ਸ਼ੌਂਕ ਦੇ ਲਈ, ਜਾਂ ਫਿਰ ਆਪਣੀ ਹਉਮੈ ਦਾ ਸ਼ਿਕਾਰ ਹੋਇਆ ਵੱਡੇ ਵੱਡੇ ਕੰਮ ਕਰ ਲਵੇ। ਇਹ ਤਾਂ ਬੰਦੇ ਦੀ ਆਪਣੀ ਇੱਛਾ ਹੈ ਨਾ, ਇਹਨੂੰ ਲੋੜ ਨਹੀਂ ਕਹਿ ਸਕਦੇ। ਲੋੜ ਕੀ ਹੈ? ਬੰਦਾ ਪ੍ਰਸ਼ਾਦੇ ਦੇ ਉੱਪਰ ਅਚਾਰ ਰੱਖ ਕੇ ਰੋਟੀ ਖਾ ਰਿਹਾ ਹੋਵੇ ਤੇ ਪਾਣੀ ਦੇ ਗਲਾਸ ਨਾਲ, ਘੁੱਟ ਦੇ ਨਾਲ ਆਪਣੀ ਬੁਰਕੀ ਲੰਘਾ ਰਿਹਾ ਹੋਵੇ, ਕੋਈ ਉਹਨੂੰ ਮਿਹਣਾ ਨਹੀਂ ਦੇ ਸਕਦਾ। ਕਿਉਂ? ਕਿਉਂਕਿ ਉਹਦੇ ਸਰੀਰ ਦੀ ਲੋੜ ਸੀ, ਉਹਨੂੰ ਭੁੱਖ ਸੀ। ਇੱਕ ਬੰਦਾ 36 ਪ੍ਰਕਾਰ ਦੇ ਭੋਜਨਾਂ ਨੂੰ ਵੀ ਇਗਨੋਰ ਕਰ ਦੇਵੇ, ਨਕਾਰ ਦੇਵੇ, ਆਖੇ ਮੈਂ ਨਹੀਂ ਖਾਂਦਾ। ਕੋਈ ਆਖੇ ਵੀ ਬੰਦੇ ਦੀ ਲੋੜ ਨਹੀਂ ਪੂਰੀ ਹੋਈ, ਲੋੜ ਨਹੀਂ ਹੈ, ਰੱਜਿਆ ਸੀ ਇਹ, ਇਹਦੀਆਂ ਇੱਛਾਵਾਂ ਹੀ ਸੀ ਭੋਜਨ ਵੇਖਣ ਦੀਆਂ, ਇਹਦੀ ਲੋੜ ਨਹੀਂ ਸੀ ਖਾਣ ਦੀ। ਐਸਾ ਸਮਾਂ ਵੀ ਆ ਗਿਆ ਨਾ ਵੀ ਬੰਦੇ ਦੇ ਕੋਲ ਭੋਜਨ ਬੜਾ ਹੈ, ਬਹੁਤ ਕੁਝ ਖਾਣ ਵਾਸਤੇ ਹੈ, ਉਹਦੇ ਵਿੱਚੋਂ ਥੋੜਾ ਥੋੜਾ ਲੈਂਦਾ ਜਾਂਦਾ ਹੈ, ਥੋੜਾ ਥੋੜਾ ਖਾਂਦਾ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਦੇਖਣਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ। ਕਈ ਵਾਰ ਤੇ ਇਉਂ ਵੀ ਹੁੰਦਾ ਵੀ ਬੰਦਾ ਸਾਰੇ ਪਕਵਾਨ ਜਿੰਨੇ ਵੀ ਪਦਾਰਥ ਤਿਆਰ ਕੀਤੇ ਹੁੰਦੇ ਨੇ ਉਹਨਾਂ ਦੇ ਟੇਸਟ ਹੀ ਨਹੀਂ ਕਰ ਪਾਉਂਦਾ। ਇਦਾਂ ਦਾ ਵੀ ਸਮਾਂ ਆ ਗਿਆ। ਪਰ ਕਈ ਥਾਵਾਂ ਉਹ ਵੀ ਨੇ ਜਿੱਥੇ ਬੰਦਾ ਝੂਠੇ ਪੱਤਲਾਂ ਨੂੰ ਚੱਟ ਕੇ ਆਪਣਾ ਪੇਟ ਪੂਰਤੀ ਕਰ ਰਿਹਾ। ਝੂਠੇ ਪੱਤਲਾਂ ਦੇ ਵਿੱਚੋਂ ਦੇਖ ਰਿਹਾ ਵੀ ਵਧਿਆ ਹੋਇਆ ਭੋਜਨ ਹੀ ਮਿਲ ਜਾਵੇ। ਜਿਹੜਾ ਝੂਠੇ ਪੱਤਲਾਂ ਨੂੰ ਫੋਲ ਰਿਹਾ ਹੈ, ਫਰੋਲ ਰਿਹਾ ਹੈ, ਉਹਦੇ ਵਿੱਚੋਂ ਕੁਝ ਲੱਭ ਰਿਹਾ ਹੈ, ਇਹਦਾ ਅਰਥ ਉਹ ਆਪਣੇ ਸਰੀਰ ਦੀ ਲੋੜ ਪੂਰੀ ਕਰ ਰਿਹਾ। ਜਿਹੜਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਟੇਸਟ ਕਰ ਕਰਕੇ ਅੱਗੇ ਤੁਰ ਰਿਹਾ ਹੈ, ਉਹਦੀ ਇੱਛਾ ਨਹੀਂ ਹੈ, ਪਰ ਉਹ ਬਾਰ-ਬਾਰ ਹਰ ਇੱਕ ਪਕਵਾਨ ਦਾ ਰਸ ਮਾਨਣਾ ਚਾਹ ਰਿਹਾ ਹੈ। ਇੱਛਾ ਨਹੀਂ ਹੈ, ਲੋੜ ਨਹੀਂ ਹੈ, ਪਰ ਉਹ ਇੱਛਾ ਦੇ ਆਧਾਰ ਤੇ ਜਿਉਣਾ ਚਾਹੁੰਦਾ ਵੀ ਮੇਰੀ ਕਿਤੇ ਨਾ ਕਿਤੇ ਥੋੜੀ ਬਹੁਤ ਇਸ ਰਸ ਵਿੱਚੋਂ ਪੂਰਤੀ ਹੋ ਜਾਵੇ। ਜਿਨ੍ਹਾਂ ਨੂੰ ਲੋੜ ਹੁੰਦੀ ਨਾ, ਉਹ ਰੁੱਖਾ ਮਿੱਸਾ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ। ਜਿਨ੍ਹਾਂ ਦੀ ਇੱਛਾ ਹੁੰਦੀ ਹੈ, ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਨਕਾਰ ਦਿੰਦੇ ਨੇ। ਉਹ ਉਸ ਨੂੰ ਵੀ ਕਹਿ ਦਿੰਦੇ ਵੀ ਇਹ
ठीक नहीं बनया, ਇਹਦੇ ਵਿੱਚ रस नहीं है, ਇਹਦੇ ਵਿੱਚ स्वाद नहीं है, ਇਹਦੇ ਵਿੱਚੋਂ कोई टेस्ट नहीं आ रहा। और सारी जिंदगी इसे तल ते बंदा जिउंदा है, सारा जीवन इसे तल ते जिउंदा है। पातशाह दी बाणी ने कितना सोहना समझाया, बड़े वधिया ढंग दे नाल महाराज कहंदे खाना पीना हसना सौना विसर गया है मरना। खाना भी बंदे नूं याद है, कदों बंदा भुलदा है? दोनों टाइम तिन्ने टाइम बंदा खाने का ध्यान रखता है, सवेरे नाश्ता करता है, दोपहर के टाइम रोटी खाता है, शामां दे वक्त फिर ध्यान रखता भी प्रशादा छकना है। दुनिया च बहुत कुछ बंदे नूं भुल सकदा, पर खाना थोड़ी भुलिया वा, भुलदा नहीं है कदे भी खाना। बंदे नूं भुल भी जावे ना ते पेट अंदरों याद करवाउंदा है। जदों पेट की आवाज़ सुनदा है बंदा, इहनूं उस वेले पता लगदा भी खाना नहीं खादा। खाना पीना ना ही कदे बंदा पीना भुलदा, प्यास याद करवा देंदी है। जदों भी प्यास लगदी है उदों ही याद आ जांदा बंदे नूं भी मैं पानी पीना सी, कुछ होर लिक्विड कोई वो चीज़ पीनी सी जिस नाल मेरी प्यास मिटे, जिस दे नाल मैनूं थोड़ी राहत मिले। बंदा यतन करदा ऐसा। खाना पीना हसना सौना, ना कदी हसना ते ना सौना, ये चीज़ां नहीं विसरदियां, कदे नहीं विसरदियां बंदे नूं। खाना पीना हसना सौना महाराज कहंदे विसर गया है मरना। एक तां मरना भुल गया बंदा भी जे दुनिया च आया तो मैं मरना नहीं है, ताई ते बंदा दावे करदा है ना। वडेरियां दी जमीन अंगूठा फड़ के आप लवाउंदा है भी मेरे नां कर दिओ, इहदा अर्थ है भी वडेरियां ने ते मर जाना, मैं तां जिउंदे रहना है। बजुर्गां ने तां तुर जाना वा, इसलिए उन्हां दी जमीन अपने नाम करवा लवां। पर भलिया अज तू किसी बजुर्ग नूं थाणे कचहरी दे विच लैके जा रहा, अंगूठा लवा रहा है, याद रखी एक समा वो भी होवेगा जद तू इस अवस्था विच होवेगा ते तेरे पुत पोते चुक के तेरे बारे भी सोचणगे भी अंगूठा ला जा बापू, तेरा की पता साहां दा। इहो मनशा है ना बंदे दी भी मैं तां दुनिया च रहना वा, वड्डियां ने मर जाना है चले जाना है, मैं तां संसार च रहना है। खाना पीना हसना सौना, खाना भी हसना भी पीना भी ते सौना भी, ये बंदे नूं गल्लां चेते हुंदियां। जे ना भी बंदे नूं याद रवे ना, मैं सौना ते नींद चेता करवाउंदी है, नींद एहसास करवाउंदी भी तेरे शरीर नूं सौण दी लोड़ है, आराम दी जरूरत है। महाराज कहंदे विसर गया है मरना, खसम विसार खुआरी कीनी। जिन्ना बंदा विष गंदलां दे मगर तुरिया फिरदा है, जिन्ना पदार्थां दे मगर तुरिया फिरदा है, जिन्ना दुनियावी दौड़ भज दे विच बंदा मशरूफ हो गया है, इहदा कारण की है? खसम विसार। खसम विसार देता है। खसम कौन है? महाराज ने बाणी विच खसम आख्या उस अकाल पुरख वाहिगुरू नूं। उस सिर दा साईं है साडे सारियां दा मालक है। असी सारी उहदियां पत्नियां हाँ, अकाल पुरख वाहिगुरू दियां, जो नर मादा जिन्ने भी जीव है संसार दे अंदर। क्योंकि बाणी च बचन आया इस जग में पुरख एक है, इको ही पुरख है उस संसार दे विच, होर सगली नार सबाई। असी सारे जीव इस्त्रियां हाँ, इको ही अकाल पुरख वाहिगुरू जिहड़ा साडा खसम है, मालक है। ते बाणी च इउं भी बचन आया खसम विसारे ते कमजात। कमजात आख्या नीवी जात वाला आख्या, खसम विसारन वाले नूं। ये भी बाणी च वचन आया खसम विसार किए रस भोग, तां तन उठ खलोए रोग। खसम विसारिया ते शरीर दे अंदर रोग भी उठ खलोते। ते महाराज कहंदे सारियां चीजां बंदे नूं याद ने, खाना पीना हसना सौना विसर गया है मरना, खसम विसार खुआरी कीनी। खसम नूं विसार के केवल ते केवल खुआरी पल्ले विच पई। त्रिग जीवन, ऐसा जीवन फटकार जोग जीवन आख्या महाराज ने। ये किन्नी देर किस आसरे खड़ा रहेगा, किन्नी क देर रहेगा? ये तो उवें ही है ना भी जिवें फरीद साहब कहंदे ने भी किचर झत लंघाई है छप्पर टुटे मेह,
ਕਿੰਨਾ ਕੁ ਸਮਾਂ ਟੁੱਟੇ ਹੋਏ ਛੱਪਰ ਹੇਠ ਬੰਦਾ ਗੁਜ਼ਾਰੇਗਾ ਜਦੋਂ ਮੋਹਲੇ ਤਾਰ ਬਾਰਿਸ਼ ਹੁੰਦੀ ਹੋਵੇਗੀ? ਕਿੰਨਾ ਸਮਾਂ ਰਹਿ ਸਕਦਾ ਟੁੱਟੇ ਛੱਪਰ ਹੇਠ? ਆਖਰ ਤਾਂ ਛੱਡਣਾ ਹੀ ਪਵੇਗਾ ਨਾ। ਤੇ ਮਹਾਰਾਜ ਕਹਿੰਦੇ ਦੁਨਿਆਵੀ ਪਦਾਰਥਾਂ ਦੇ ਆਸਰੇ ਕਿੰਨਾ ਕੁ ਚਿਰ ਜੀਵੇਂਗਾ? ਛੱਡੇਗਾ ਤੇ ਗੁਜ਼ਾਰਾ ਹੈ। ਜਿਹੜੀ ਬੰਦੇ ਦੀ ਭੁੱਖ ਹੈ ਨਾ, ਉਹ ਪਦਾਰਥਾਂ ਦੇ ਨਾਲ ਨਹੀਂ ਪੂਰੀ ਹੁੰਦੀ। ਧਿਆਨ ਦਿਓ ਸਾਧ ਸੰਗਤ, ਪੈਸੇ ਦੇ ਨਾਲ ਨਹੀਂ ਪੂਰੀ ਹੁੰਦੀ, ਜ਼ਮੀਨ ਦੇ ਨਾਲ ਨਹੀਂ ਪੂਰੀ ਹੁੰਦੀ, ਦੌੜ ਭੱਜ ਦੇ ਨਾਲ ਬੰਦੇ ਦੀ ਭੁੱਖ ਨਹੀਂ ਪੂਰੀ ਹੁੰਦੀ। ਜੇ ਤਾਂ ਗੱਲ ਬਾਣੀ ਨੇ ਸਰੀਰ ਦੀ ਭੁੱਖ ਦੀ ਕੀਤੀ ਹੋਵੇ ਨਾ, ਤਾਂ ਸਰੀਰ ਦੀ ਭੁੱਖ ਤੇ ਬੰਦਾ ਰੋਟੀ ਖਾ ਕੇ ਜਾਂ ਕੋਈ ਹੋਰ ਪਦਾਰਥ ਛਕ ਕੇ ਪੂਰੀ ਕਰ ਲੈਂਦਾ। ਸਰੀਰ ਦੀ ਭੁੱਖ ਦਾ ਕੋਈ ਮਤਲਬ ਨਹੀਂ। ਸਰੀਰ ਦੀ ਭੁੱਖ ਲਈ ਤੇ ਬੰਦਾ ਸਾਰੀ ਦਿਹਾੜੀ ਕੰਮ ਕਰ ਲੈਂਦਾ ਤੇ ਗੁਜ਼ਾਰਾ ਕਰ ਲੈਂਦਾ। ਜਿਹੜੀ ਮਨ ਦੀ ਭੁੱਖ ਹੈ ਨਾ, ਇਹ ਉਤਰਦੀ ਨਹੀਂ ਹੈ। ਮਨ ਦੀ ਭੁੱਖ ਦਾ ਤਾਂ ਇਲਾਜ ਹੀ ਕੋਈ ਨਹੀਂ ਹੈ। ਬਾਣੀ ਦੀ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਪੜ੍ਹ ਸੁਣ, ਇਸ ਬਾਣੀ ਦੀ ਵਿਚਾਰ ਨਾਲ ਮਨ ਦੀ ਭੁੱਖ ਦਾ ਇਲਾਜ ਹੋਵੇਗਾ। ਇਹਨੂੰ ਬਾਣੀ 'ਚ ਇਵੇਂ ਆਖਿਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਵੀ ਸਾਰੀ ਦੁਨੀਆ ਦੇ ਪਦਾਰਥ ਵੀ ਇਕੱਠੇ ਕਰ ਲਾ ਤਾਂ ਵੀ ਮਨ ਦੀ ਭੁੱਖ ਨਹੀਂ ਉਤਰਦੀ। ਤਾਂ ਵੀ ਮਨ ਕਹਿੰਦਾ ਤੂੰ ਅਜੇ ਘਾਟੇ 'ਚ ਆਂ। ਤਾਂ ਵੀ ਮਨ ਕਹਿੰਦਾ ਅਜੇ ਹੋਰ ਦੌੜ ਭੱਜ ਦੀ ਲੋੜ ਹੈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਜਿਹੜਾ ਸ਼ਲੋਕ ਦਾ ਇਹ ਪ੍ਰਕਰਣ ਚੱਲਦਾ ਆ ਰਿਹਾ ਸੀ, ਬਾਬਾ ਫਰੀਦ ਸਾਹਿਬ ਜੀ ਨੇ ਇੱਕ ਸ਼ਲੋਕ ਸਾਡੇ ਸਾਹਮਣੇ ਰੱਖਿਆ ਸੀ, ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ। ਜ਼ਹਿਰੀਲੀਆਂ ਵਸਤੂਆਂ ਨੂੰ ਮਿੱਠਾ ਗਲੇਫ ਕੇ ਸਾਡੇ ਸਾਹਮਣੇ ਰੱਖਿਆ ਗਿਆ। ਬੰਦਾ ਜਿੰਨਾ ਕੁਝ ਦੁਨੀਆ 'ਚ ਵੇਖ ਕੇ ਪ੍ਰਭਾਵਿਤ ਹੁੰਦਾ ਹੈ ਨਾ, ਅਸਲ ਵਿੱਚ ਉਹ ਚੀਜ਼ਾਂ ਪ੍ਰਭਾਵਿਤ ਹੋਣ ਵਾਲੀਆਂ ਨਹੀਂ ਹੁੰਦੀਆਂ। ਉਹਦੇ ਤੋਂ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੁੰਦੀ, ਪਰ ਬੰਦਾ ਬਹੁਤ ਪ੍ਰਭਾਵਿਤ ਹੁੰਦਾ ਹੈ। ਸੋਹਣਾ ਰੂਪ ਸਰੂਪ ਵੇਖ ਕੇ ਵੀ ਬੰਦਾ ਬੜਾ ਪ੍ਰਭਾਵਿਤ ਹੁੰਦਾ ਹੈ, ਪਰ ਕਿਧਰੇ ਸੁਹਾਪਣ ਵਾਲੇ ਚਿਹਰਿਆਂ ਦੇ ਅੰਦਰੂਨੀ ਅੰਤਰਾਤਮੇ ਨੂੰ ਕਿਧਰੇ ਤੱਕਿਆ ਕਰ ਤੂੰ। ਜ਼ਰੂਰੀ ਨਹੀਂ ਹੈ ਵੀ ਹਰ ਚਮਕਦੀ ਚੀਜ਼ ਸੋਨਾ ਹੋਵੇਗੀ। ਜ਼ਰੂਰੀ ਨਹੀਂ ਹੈ ਵੀ ਜਿਹੋ ਜਿਹਾ ਕਿਸੇ ਦਾ ਬਾਹਰੋਂ ਸੁਹਾਪਣ ਹੋਵੇ, ਸੋਹਣੇ ਨੈਣ ਨਕਸ਼ ਰੰਗ ਰੂਪ ਹੋਵੇ, ਉਹ ਅੰਦਰੋਂ ਵੀ ਇਦਾਂ ਦਾ ਹੀ ਹੋਵੇਗਾ। ਇਹ ਜ਼ਰੂਰੀ ਨਹੀਂ ਹੈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਜੇ ਉਹਦਾ ਰੂਪ ਸਰੂਪ ਬਾਹਰੋਂ ਸੋਹਣਾ ਹੈ ਤੇ ਆਪਾਂ ਇਉਂ ਆਖੀਏ ਵੀ ਅੰਦਰੋਂ ਇਹ ਕੁਚੈਲਾ ਮੈਲਾ ਹੋਵੇਗਾ। ਇਹ ਵੀ ਨਹੀਂ ਆਪਾਂ ਕਹਿ ਸਕਦੇ। ਹਾਂ, ਪਰ ਬਹੁ ਗਿਣਤੀ ਇਦਾਂ ਦੀ ਹੈ, ਬਹੁ ਗਿਣਤੀ ਦਾ ਸੁਭਾਅ ਇਦਾਂ ਦਾ ਵਾ ਵੀ ਬਾਹਰੀ ਰੂਪ ਸਵਰੂਪ ਸੁੰਦਰ ਹੁੰਦੇ ਨੇ, ਪਰ ਅੰਤਰਾਤਮੇ ਦੇ ਵਿੱਚ ਗੋਬਰ ਭਰਿਆ ਹੁੰਦਾ ਹੈ, ਕਰਪਟ ਹੁੰਦਾ ਹੈ, ਅੰਦਰ ਮੈਲ ਭਰੀ ਹੁੰਦੀ ਅੰਦਰ। ਬਹੁ ਗਿਣਤੀ ਹੈ, ਕੁਝ ਕੁ ਨੂੰ ਛੱਡ ਕੇ ਬਹੁ ਗਿਣਤੀ ਦਾ ਹਾਲ ਇਹੋ ਹੀ ਹੁੰਦਾ ਹੈ। ਦੂਸਰੇ ਪਾਸੇ ਕਿਸੇ ਦਾ ਬਾਹਰੀ ਰੂਪ ਸਵਰੂਪ ਆਪਾਂ ਮੈਲਾ ਕੁਚੈਲਾ ਵੇਖ ਕੇ ਇਹ ਵੀ ਨਹੀਂ ਆਖ ਸਕਦੇ ਵੀ ਇਹ ਬੰਦਾ ਤਾਂ ਜਿਹੋ ਜਿਹਾ ਬਾਹਰੋਂ ਉਹੋ ਜਿਹਾ ਅੰਦਰੋਂ ਹੋਵੇਗਾ। ਕਿਵੇਂ ਹੋਵੇਗਾ? ਗਰੀਬ ਨਵਾਜ ਨੇ ਤਾਂ ਬਾਣੀ 'ਚ ਆਖਿਆ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਸਤਿਗੁਰੂ ਕਹਿੰਦੇ ਕਿਤੇ ਚਿੱਟੇ ਕੱਪੜੇ ਵੇਖ ਕੇ ਹੀ ਨਾ ਆਖੀ ਵੀ ਇਹ ਧਰਮੀ ਹੋ ਸਕਦਾ, ਬਾਕੀ ਧਰਮੀ ਨਹੀਂ ਹੈ। ਮਹਾਰਾਜ ਕਹਿੰਦੇ ਹੋ ਸਕਦਾ ਹੈ ਚਿੱਟੇ ਕੱਪੜਿਆਂ ਵਾਲੇ ਦਾ ਚਿੱਤ ਕਠੋਰ ਹੋਵੇ, ਮੈਲਾ ਹੋਵੇ ਅੰਦਰੋਂ, ਤੇ ਹੋ ਸਕਦਾ ਪਾਟੇ ਫਟੇ ਪੁਰਾਣੇ ਕੱਪੜੇ ਪਹਿਨਣ ਵਾਲੇ ਦਾ ਜਿਹਦੇ ਰੰਗ ਰੂਪ ਦੇ ਉੱਪਰ ਘੱਟਾ ਮਿੱਟੀ ਵੀ ਪਿਆ ਹੋਵੇ, ਹੋ ਸਕਦਾ ਇੰਨੇ ਘੱਟੇ ਮਿੱਟੀ ਦੇ ਵਿੱਚ ਇੱਕ ਕੀਮਤੀ ਹੀਰਾ ਲੁਕਿਆ ਹੋਵੇ। ਭਾਵ ਉਹਦਾ ਬਾਹਰੀ ਰੂਪ ਸਵਰੂਪ ਇਦਾਂ ਦਾ ਹੋਵੇ, ਉਹਦੇ ਅੰਦਰ ਗੁਣਾ ਰੂਪ ਹੀਰਾ ਹੋਵੇ। ਉਹਦੇ ਤੇਰੇ ਕੋਲ ਅੰਦਾਜ਼ਾ ਹੀ ਨਹੀਂ ਲੱਗ ਸਕਦਾ, ਤੇਰੇ ਕੋਲੇ ਮਾਪਦੰਡ ਹੀ ਨਹੀਂ ਹੈ, ਨਾ ਹੀ ਤੂੰ ਇਹੋ ਜਿਹੀ ਪਰਖ ਕਰ ਸਕਦਾ। ਤੇ ਪਰਖ ਕਰਨ ਦੇ ਲਈ ਤੈਨੂੰ ਬੁੱਧੀਜੀਵੀ ਬਣਨਾ ਪਵੇਗਾ, ਵਿਦਵਾਨ ਬਣਨਾ ਪਵੇਗਾ, ਗੁਰੂ ਚਰਨਾਂ ਦਾ ਭੌਰਾ ਬਣਨਾ ਪਵੇਗਾ, ਗੁਰੂ ਦੇ ਪਿਆਰ ਵਿੱਚ ਭਿੱਜ ਕੇ ਜਿਉਣਾ ਪਵੇਗਾ। ਜੇ ਤੂੰ ਗੁਰੂ ਪਿਆਰ ਵਿੱਚ ਭਿੱਜ ਕੇ ਨਹੀਂ ਜੀਵੇਂਗਾ ਤੇ ਤੈਨੂੰ ਦੁਨੀਆ ਦੀ ਸਮਝ ਨਹੀਂ ਆਵੇਗੀ, ਤੈਨੂੰ ਗਿਆਨ ਨਹੀਂ ਆਵੇਗਾ। ਤੂੰ ਸੋਝੀ ਤੋਂ ਬਿਨਾਂ, ਸੋਝੀ ਤੋਂ ਸਖਣਾ, ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ, ਬੁਰੇ ਨੂੰ ਭਲਾ ਤੇ ਭਲੇ ਨੂੰ ਬੁਰਾ, ਗੁਨਾਹਗਾਰ ਬੰਦੇ ਨੂੰ ਮੁਕਤ ਕਰ ਦੇਵੇਂਗਾ, ਪਰ ਮੁਕਤ ਬੰਦੇ ਨੂੰ ਗੁਨਾਹਗਾਰ ਬਣਾ ਦੇਵੇਂਗਾ। ਸੱਚਿਆਂ ਨੂੰ ਤੂੰ ਫਾਂਸੀ ਦੇ ਫੰਦੇ ਤੇ ਟੰਗ ਦੇਵੇਂਗਾ ਤੇ ਝੂਠਿਆਂ ਨੂੰ ਬਰੀ ਕਰਕੇ ਸ਼ਰੇਆਮ ਘੁੰਮਣ ਦੀ ਖੁੱਲ੍ਹ ਦੇ ਦੇਵੇਂਗਾ। ਕਿਉਂ? ਤੇਰੇ ਕੋਲ ਸੋਝੀ ਨਹੀਂ ਹੈ, ਤੇਰੇ ਕੋਲੇ ਉਹ ਬਿਰਤੀ ਨਹੀਂ ਹੈ ਜਿਸ ਬਿਰਤੀ ਦੇ ਨਾਲ ਸੰਸਾਰ ਦੇ ਹਾਲਾਤਾਂ ਨੂੰ ਤੂੰ ਜਾਣ ਸਕਦੋਂ। ਖੈਰ, ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਸਾਨੂੰ ਆਪਣੀ ਸੋਚ ਨੂੰ ਉੱਚਾ ਚੁੱਕ ਕੇ ਜਿਉਣ ਦੀ ਪ੍ਰੇਰਨਾ ਦਿੱਤੀ ਹੈ, ਔਰ ਵਿਸ਼ ਗੰਦਲਾਂ ਤੋਂ
ਆਪਣਾ ਆਤਮਿਕ ਜੀਵਨ ਉੱਚਾ ਕਰਕੇ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਔਰ ਇਹਨਾਂ ਜ਼ਹਿਰੀਲੀਆਂ ਗੱਲਾਂ ਦੇ ਵਿੱਚੋਂ ਉੱਠ ਕੇ ਅੰਮ੍ਰਿਤ ਰਸ ਵਰਗੇ ਬਚਨ ਜਿਹੜੇ ਬਾਣੀ ਦੇ ਨੇ, ਅੰਮ੍ਰਿਤ ਰਸ ਬਚਨਾਂ ਨਾਲ ਜੁੜਨ ਲਈ ਆਖਿਆ। ਜ਼ਹਿਰ ਨੂੰ ਤਿਆਗ ਦੇ, ਵਿਖਿਆ ਨੂੰ ਤਿਆਗ ਦੇ, ਛੱਡ ਦੇ। ਇਸ ਵਿਖਿਆ ਦੇ ਪਿੱਛੇ ਤੇ ਸਰੀਰ ਬੁੱਢਾ ਹੋ ਗਿਆ ਹੈ, ਬੁੱਢਾ ਹੋ ਗਿਆ ਹੈ। ਪਹਿਲੇ ਦਿਨ ਤੋਂ ਮੈਨੂੰ ਮਮਤਾ ਨੇ ਖਾ ਲਿਆ, ਮੈਨੂੰ ਮਾਂ ਦੀ ਮਮਤਾ ਨੇ ਇੰਨਾ ਕਰਵਾਇਆ ਵੀ ਮਾਂ ਨੇੜੇ ਨਹੀਂ ਸੀ ਆਉਂਦੀ ਤੇ ਮੈਂ ਰੋਣੋਂ ਚੁੱਪ ਨਹੀਂ ਸੀ ਕਰਦਾ। ਇਹ ਬੜੀ ਵੱਡੀ ਮਮਤਾ ਸੀ। ਮਾਂ ਦੀ ਮਮਤਾ ਨੇ ਇੰਨਾ ਕਰਵਾਇਆ, ਜਰੀ ਮਾਂ ਮੇਰੇ ਕੋਲੋਂ ਦੂਰ ਹੁੰਦੀ ਸੀ ਉਸੇ ਵੇਲੇ ਮੇਰੀਆਂ ਤਾਹੀਂ ਨਿਕਲਦੀਆਂ ਸੀ। ਅੱਜ ਮੇਰੀ ਔਲਾਦ ਮੇਰੇ ਤੋਂ ਦੂਰ ਹੁੰਦੀ ਹੈ ਤੇ ਮੇਰੀਆਂ ਤਾਹੀਂ ਨਿਕਲਦੀਆਂ ਨੇ। ਵੀ ਕੈਸਾ ਇਹ ਵਿਸ਼ ਗੰਦਲਾ, ਕੈਸਾ ਇਹ ਸੰਸਾਰ ਦਾ ਗੇੜ ਹੈ, ਕਿਹੋ ਜਿਹਾ ਸੁਭਾਅ ਬਣ ਗਿਆ ਮਨੁੱਖੀ ਜੀਵਨ ਦੇ ਅੰਦਰ। ਇਹ ਕਿਹੋ ਜਿਹੀਆਂ ਗੱਲਾਂ ਆ ਗਈਆਂ। ਪਹਿਲਾਂ ਮਾਂ ਦੀ ਮਮਤਾ ਰਵਾਉਂਦੀ ਰਹੀ, ਹੁਣ ਬੱਚਿਆਂ ਦੀ ਮਮਤਾ ਰਵਾਉਂਦੀ ਹੈ। ਮਾਂ ਦੂਰ ਹੁੰਦੀ ਸੀ, ਰੋਂਦਾ ਹਾਂ। ਔਰ ਜਦੋਂ ਭਰ ਜਵਾਨੀ ਆਈ ਤੇ ਮੇਰੇ ਕੋਲੋਂ ਜਦ ਕੋਈ ਘਾਟਾ ਪੈ ਗਿਆ, ਕੋਈ ਚੀਜ਼ ਖੁੱਸ ਗਈ, ਉਦੋਂ ਵੀ ਰੋਣਾ ਸ਼ੁਰੂ ਕੀਤਾ ਮੈਂ। ਹੁਣ ਮੇਰੀ ਔਲਾਦ ਜਦੋਂ ਮੇਰੇ ਨੇੜੇ ਨਹੀਂ ਨਾ ਟੁੱਕਦੀ, ਹੁਣ ਵੀ ਮੈਨੂੰ ਰੋਣਾ ਆਉਂਦਾ ਹੈ। ਹੁਣ ਵੀ ਮੇਰਾ ਰੋਣ ਨਿਕਲਦਾ ਵੀ ਮੇਰੇ ਬੱਚੇ ਜਿਨ੍ਹਾਂ ਦੀ ਖਾਤਰ ਆ ਕੁਝ ਕਰਦਾ ਰਿਹਾ। ਮਾਫ ਕਰਿਓ, 99% ਭਾਵੇਂ ਕਿ ਇਹ ਵੀ ਮੈਂ 1% ਜਿਹੜਾ ਸ਼ਾਇਦ ਗੁਸਤਾਖੀ ਕਰ ਰਿਹਾ ਹੋਵਾਂ, 99% ਦੁਨੀਆ ਦੇ ਅੰਦਰ ਇਹੋ ਹੀ ਲੋਕਾਂ ਦੀ ਘੜੀ ਘੜਾਈ ਗੱਲ ਹੈ। ਇਹਨਾਂ ਔਲਾਦ ਵਾਸਤੇ ਤੇ ਸਾਰੀ ਜ਼ਿੰਦਗੀ ਹੱਡ ਭਨਾਏ। ਕੀ ਕੀਤਾ ਇਹਨਾਂ ਨੇ ਸਾਡੇ ਲਈ? ਹਰ ਬੰਦਾ ਇਹੋ ਕਹਿੰਦਾ ਹੈ, ਕਿਉਂ ਭਨਾਏ ਹੱਡ ਭਲਾ, ਕਿਸ ਵਾਸਤੇ ਭਨਾਏ ਨੇ? ਜੇ ਸਮਾਜਿਕ ਤੌਰ ਤੇ ਵੇਖੀਏ ਵੀ ਜੇ ਤੁਸੀਂ ਭਨਾਏ ਹੋ ਤੇ ਤੁਹਾਡੇ ਵਾਸਤੇ ਵੀ ਤੇ ਕਿਸੇ ਨੇ ਭਨਾਏ ਸੀ। ਪਰ ਜੇ ਇਹਨੂੰ ਆਪਾਂ ਸਹੀ ਨਜ਼ਰੀਏ ਨਾਲ ਧਾਰਮਿਕ ਤੌਰ ਤੇ ਵੇਖੀਏ ਤੇ ਭਨਾਏ ਕੀ ਕਰਨ ਨੂੰ ਭਲਾ? ਕਿਉਂ ਐਸੇ ਪਿਆਰ ਵਿੱਚ ਖੁੱਸਿਆ ਰਹੇ ਹੋ? ਕਿਉਂ ਐਸੀ ਮਮਤਾ ਵਿੱਚ ਖੁੱਸਿਆ ਰਹੇ ਹੋ? ਜ਼ਿੰਮੇਵਾਰੀਆਂ ਨਿਭਾਉਣਾ ਤੇਰਾ ਫਰਜ਼ ਬਣਦਾ ਸੀ, ਪਰ ਮਮਤਾ ਦੇ ਵਿੱਚ ਲਿਪਟ ਕੇ ਜਿਉਣਾ ਤੇਰਾ ਫਰਜ਼ ਨਹੀਂ ਸੀ। ਐਡੀ ਵੱਡੀ ਮਮਤਾ, ਐਡਾ ਵੱਡਾ ਮੋਹ ਪਾਲ ਕੇ ਜਿਉਣਾ ਤੇਰਾ ਫਰਜ਼ ਨਹੀਂ ਸੀ। ਪਿਆਰ ਵਿੱਚ ਜਿਉਣਾ ਤਾਂ ਤੇਰਾ ਫਰਜ਼ ਸੀ। ਲੋੜਾਂ ਬੱਚਿਆਂ ਦੀਆਂ ਪੂਰੀਆਂ ਕਰਨੀਆਂ ਤੇਰਾ ਫਰਜ਼ ਸੀ। ਸਮਾਜਿਕ ਤੌਰ ਤੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣੀ, ਇਹ ਤੇਰੇ ਨਿੱਜੀ ਫਰਜ਼ ਸਨ। ਪਰ ਜੇ ਤੂੰ ਕਹੇ ਕਿ ਮੈਂ ਇਹਨਾਂ ਤੋਂ ਬਿਨਾਂ ਜਿਉ ਹੀ ਨਹੀਂ ਸਕਦਾ, ਇਹਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਫਿਰ ਤਾਂ ਤੈਨੂੰ ਦੁਨੀਆ 'ਚ ਰਹਿਣ ਦਾ ਤਰੀਕਾ ਆਉਣਾ ਵੀ ਨਹੀਂ ਸੀ। ਕਿਉਂਕਿ ਦੁਖੀ ਅੱਜ ਤੂੰ ਤਾਂ ਹੈ, ਅੱਜ ਹੀ ਤਾਂ ਪਛਤਾ ਰਿਹਾ। ਬੁਢਾਪੇ ਦੇ ਵਿੱਚ ਆ ਕੇ ਵੀ ਤੇਰੀਆਂ ਚੀਕਾਂ ਡਾਡਾਂ ਨਿਕਲਦੀਆਂ ਤੇ ਤਾਂ ਹੀ ਨਿਕਲ ਰਹੀਆਂ ਨੇ ਕਿਉਂਕਿ ਤੂੰ ਮੋਹ ਦਾ ਗਰਸਿਆ ਹੀ ਸਾਰੀ ਜ਼ਿੰਦਗੀ ਜਿਉਂਦਾ ਰਿਓ, ਹੁਣ ਤੱਕ ਜਿਉਂਦਾ ਆਇਆ, ਮੋਹ ਦਾ ਗਰਸਿਆ। ਤੇ ਮਹਾਰਾਜ ਸਤਿਗੁਰੂ ਆਖਦੇ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ। ਸਰੀਰ ਕੰਬਣ ਲੱਗਾ ਤੇ ਅਜੇ ਵੀ ਵਿਸ਼ ਗੰਦਲਾਂ ਦੀ ਝਾਕ ਹੈਗੀ ਕਿਤੇ ਨਾ ਕਿਤੇ। ਮਾਫ ਕਰਿਓ, ਬੰਦਾ ਬਜ਼ੁਰਗ ਹੋਊਗਾ ਨਾ, ਤੁਸੀਂ ਗੌਰ ਕਰਿਓ, ਮੋੜਾਂ ਤੇ ਬੈਠਣ ਵਾਲੇ ਬੰਦਿਆਂ ਨੂੰ ਪੁੱਛ ਲਿਓ ਵੀ ਪਿੰਡ ਦਾ ਕਿਹੜਾ ਬੰਦਾ ਧੀ ਭੈਣ ਬੱਚੀ ਔਰਤ ਕਿੱਧਰ ਗਈ ਹੈ, ਕਿੱਧਰੋਂ ਆਈ ਹੈ, ਸਾਰੀਆਂ ਗਿਣਤੀ ਕਰਕੇ ਦੱਸ ਦੇਣਗੇ। ਇੱਕ ਤਰ੍ਹਾਂ ਦੇ CCTV ਕੈਮਰੇ ਨੇ, ਉਹ ਵੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਬਜ਼ੁਰਗੀ ਉਮਰ ਹੋ ਗਈ ਹੈ, 70 ਸਾਲ ਦੀ ਉਮਰ ਹੋ ਗਈ ਹੈ, ਪਰ ਬੈਠੇ ਹੀ ਦੱਸ ਦੇਣਗੇ ਕਿਹੜਾ ਬੰਦਾ ਕਿੱਧਰ ਨੂੰ ਗਿਆ, ਕਿਸ ਵਾਸਤੇ ਗਿਆ। ਹੈਰਾਨਗੀ ਨਹੀਂ ਹੈ ਵੀ ਸਰੀਰ ਤਾਂ ਕੰਬ ਰਿਹਾ ਹੈ, ਸਰੀਰ ਹੱਥ ਕੰਬਦੇ ਨੇ। ਧੀ ਬੱਚੀ ਨੂੰ ਚਾਹ ਦਾ ਗਲਾਸ ਫੜਾਉਂਦੀ ਤੇ ਅੱਧੀ ਹੱਥ ਕੰਬਦਿਆਂ ਡੁੱਲ ਜਾਂਦੀ ਹੈ, ਪਰ ਗੱਲਾਂ ਸੁਣੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ। ਸਰੀਰ ਤਾਂ ਗੁਜ਼ਰ ਗਿਆ, ਸਰੀਰ ਤਾਂ ਖਤਮ ਹੋਣ ਦੇ ਕਿਨਾਰੇ ਤੇ ਹੈ, ਪਰ ਜਿਹੜੀ ਜ਼ਹਿਰ ਹੈ ਉਸੇ ਤਰ੍ਹਾਂ ਹੀ ਅੰਦਰ ਟਿਕੀ ਹੋਈ ਹੈ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ। ਸਰੀਰ ਕੰਬਦਾ ਏ ਪਰ ਅੰਦਰ ਜਿਹੜੀ ਉਹ ਵਿਚਾਰ ਟਿਕੀ ਹੈ ਨਾ, ਉਹ ਤਾਂ ਅਜੇ ਉਸੇ ਤਰ੍ਹਾਂ ਹੀ ਹੈ, ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ। ਸਰੀਰ ਬੁਢਾਪੇ ਵੱਲ ਚਲਾ ਗਿਆ, ਮਨ ਤੇ ਵਿਕਾਰਾਂ ਦੀਆਂ ਪੰਡਾਂ ਬੰਨ੍ਹ ਕੇ ਬੈਠਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਸਾਰੀ ਜ਼ਿੰਦਗੀ ਇਹਨਾਂ ਵਿਸ਼ ਗੰਦਲਾਂ ਦੇ ਪਿੱਛੇ ਭੱਜ ਦੌੜ ਕਰਨ ਵਾਲਿਆ, ਜੇ 100 ਵਰਿਆਂ ਜੀਵਣਾ, ਜੇ ਤੂੰ 100 ਵਰੇ ਹੋਰ ਵੀ ਜੀਉ ਲਵੇਂ ਫਿਰ ਕੀ ਹੋਵੇਗਾ? ਖੱਟਣਾ ਤਾਂ ਤੂੰ ਇਹੋ ਕੁਝ ਹੀ ਹੈ। ਪੀ ਤਨ ਹੋਸੀ ਖੇ, ਫਿਰ ਤਾਂ ਸਰੀਰ ਆਖਰ ਹੋਣਾ ਤਾਂ ਖੇ ਹੀ ਹੈ ਨਾ, ਹੋਣਾ ਤਾਂ ਮਿੱਟੀ ਹੈ ਨਾ। ਜਿਹੋ ਜੀ ਕਮਾਈ ਕਰਦਾ ਤੂੰ,
ਉਹ ਤਾਂ ਤੈਨੂੰ ਸੋਨਾ ਥੋੜੀ ਬਣਾਵੇਗੀ, ਉਹ ਤਾਂ ਮਿੱਟੀ ਬਣਾਵੇਗੀ ਤੈਨੂੰ। ਬੰਦਾ ਜ਼ਹਿਰ ਦਾ ਪਿਆਲਾ ਭਰ ਕੇ ਪੀ ਰਿਹਾ ਹੋਵੇ ਤੇ ਆਖੇ ਆ ਸਾਡਾ ਜੀਵਨ ਹੈ, ਸਿਆਣੇ ਬੰਦੇ ਬਾਹੋਂ ਫੜ ਕੇ ਕਹਿੰਦੇ ਜੀਵਨ ਨਹੀਂ, ਇਹਦੇ ਵਿੱਚ ਮੌਤ ਹੈ। ਇਸ ਬਾਟੇ ਦੇ ਵਿੱਚ ਜ਼ਹਿਰ ਨਹੀਂ ਹੈ, ਤੇਰੀ ਮੌਤ ਦਾ ਸਮਾਨ ਪਿਆ ਹੋਇਆ ਹੈ। ਜੇ ਕੋਈ ਵਿਅਕਤੀ ਇਉਂ ਆਖੇ ਅੰਮ੍ਰਿਤ ਦਾ ਰਸ ਪੀਣ ਲੱਗੇ ਤੇ ਉਹਨੂੰ 10 ਬੰਦੇ ਫੜ ਕੇ ਆਖਣ ਵੀ ਵੇਖੀ ਕਿਤੇ ਇਸ ਜ਼ਿੰਮੇਵਾਰੀ 'ਚ ਨਾ ਪੈ ਜਾਵੀਂ, ਬੜੀ ਵੱਡੀ ਜ਼ਿੰਮੇਵਾਰੀ ਹੋਏ, ਕਿਵੇਂ ਨਿਭਾਵੇਂਗਾ ਇਹਨੂੰ। ਵੀ ਕਮਲਿਓ ਬੰਦਿਓ, ਵੀ ਅੰਮ੍ਰਿਤ ਰਸ ਪੀਣ ਦੇ ਨਾਲ ਜ਼ਿੰਮੇਵਾਰੀ ਕੀ ਪੈ ਗਈ ਤੁਹਾਡੇ ਤੇ, ਕੀ ਤੁਹਾਨੂੰ ਐਡਾ ਵੱਡਾ ਬੰਧਨ ਪੈ ਗਿਆ। ਅੰਮ੍ਰਿਤ ਰਸ ਪੀਣ ਦੇ ਨਾਲ ਤੇ ਜੀਵਨ ਮਿਲਣਾ ਸੀ, ਅੰਮ੍ਰਿਤ ਰਸ ਪੀਣ ਦੇ ਨਾਲ ਤਾਂ ਸਾਡਾ ਜੀਵਨ ਦਰੁਸਤ ਹੋਣਾ ਸੀ, ਜ਼ਹਿਰ ਦੇ ਪਿਆਲੇ ਨਾਲ ਮੌਤ ਹੋਣੀ ਸੀ। ਪਰ ਬੰਦੇ ਦੀ ਪਸੰਦੀ ਜਿਹੜੀ ਹੈ ਨਾ, ਉਹ ਹੈ ਜ਼ਹਿਰ ਦਾ ਪਿਆਲਾ। ਬਾਬਾ ਫਰੀਦ ਸਾਹਿਬ ਕਹਿੰਦੇ ਇਹ ਜ਼ਹਿਰ ਦੇ ਪਿਆਲੇ ਨੂੰ ਇਹ ਵਿਸ਼ ਗੰਦਲਾਂ ਕਹਿੰਦੇ ਨੇ। ਬਰਤਨ ਬੜਾ ਸੋਨੇ ਦਾ ਹੋਵੇ ਤੇ ਵਿੱਚ ਜ਼ਹਿਰ ਪਾਇਆ ਹੋਵੇ, ਸੋਨੇ ਦੇ ਬਰਤਨ ਵਿੱਚ ਜ਼ਹਿਰ ਪਾ ਕੇ ਕੋਈ ਕਿਸੇ ਨੂੰ ਫੜਾ ਦੇਵੇ, ਆਖੇ ਵੀ ਆਹ ਲਓ ਪੀਓ ਜੀ, ਤੁਹਾਡੇ ਵਾਸਤੇ ਬੜਾ ਸੋਹਣਾ ਪਦਾਰਥ ਲਿਆਂਦਾ, ਛਕੋ ਇਹਨੂੰ। ਬੰਦਾ ਭੱਜ ਕੇ ਸੋਨੇ ਦਾ ਬਰਤਨ ਵੇਖ ਕੇ ਮੂੰਹ ਨੂੰ ਲਾ ਲੈਂਦਾ ਹੈ। ਉਹਨੂੰ ਇਹ ਨਹੀਂ ਪਤਾ ਬਰਤਨ ਸੋਨੇ ਦਾ ਪਰ ਵਿੱਚ ਜ਼ਹਿਰ ਹੈ। ਇਦਾਂ ਦੁਨਿਆਵੀ ਗੱਲਾਂ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ, ਬੜੀਆਂ ਪਿਆਰ ਦੇ ਨਾਲ ਗੱਲਾਂ ਕਰਦੇ ਨੇ ਲੋਕ, ਉਹ ਸਮਝੋ ਵੀ ਮਿੱਠੇ ਦੇ ਵਿੱਚ ਗਲੇਫ ਕੇ ਜ਼ਹਿਰ ਦੇ ਰਹੇ ਨੇ, ਸੋਨੇ ਦੇ ਬਰਤਨ ਵਿੱਚ ਪਾ ਕੇ ਜ਼ਹਿਰ ਪਿਆ ਰਹੇ ਨੇ। ਫਰੀਦ ਸਾਹਿਬ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ ਇਹਨਾਂ ਕੰਮਾਂ ਵਿੱਚ ਹੀ ਸਰੀਰ ਬੁੱਢਾ ਹੋ ਗਿਆ। ਇਹ ਸਾਰੀ ਜ਼ਿੰਦਗੀ ਆ ਕੁਝ ਭੋਗਦਿਆਂ ਸਰੀਰ ਬੁਢਾਪੇ ਵੱਲ ਆ ਗਿਆ, ਕੰਬਣ ਲੱਗੀ ਦੇਹ। ਉਹਨਾਂ ਵਿਕਾਰਾਂ ਦੇ ਵਿੱਚ ਹੀ ਇਹ ਸਰੀਰ ਹੁਣ ਕੰਬਣਾ ਸ਼ੁਰੂ ਹੋ ਗਿਆ। ਵਿਕਾਰ ਭੋਗਦਿਆਂ ਭੋਗਦਿਆਂ, ਦੁਨਿਆਵੀ ਪਦਾਰਥਾਂ ਦੀ ਦੌੜ ਭੱਜ ਪਿੱਛੇ, ਇਹ ਸਾਰਾ ਕੁਝ ਕਰਦਿਆਂ ਸਰੀਰ ਬੁਢਾਪੇ ਵੱਲ ਆ ਗਿਆ, ਦੇਹ ਕੰਬਣ ਲੱਗ ਪਈ ਹੈ। ਕਹਿੰਦੇ ਜੇ 100 ਵਰਿਆਂ ਜੀਵਣਾ, ਜੇ 100 ਵਰੇ ਤੂੰ ਹੋਰ ਵੀ ਜੀਵ ਲਵੇਂ, ਧੀ ਤਨ ਹੋਸੀ ਖੇ, ਆਖਰ ਤਾਂ ਇਹ ਮਿੱਟੀ ਹੋਣਾ ਹੈ, ਆਖਰ ਤਾਂ ਇਹਨੇ ਤੇਰੇ ਪੱਲੇ ਮਲੀਨਤਾ ਹੀ ਪਾਉਣੀ ਹੈ, ਸੁਆਹ ਹੀ ਪਾਉਣੀ ਹੈ, ਮਿੱਟੀ ਪਾਉਣੀ ਹੈ ਤੇ ਮਿੱਟੀ 'ਚ ਹੀ ਰਹਿ ਜਾਣਾ। ਤੋ ਸਤਿਗੁਰੂ ਮਹਾਰਾਜ ਹਰ ਇੱਕ ਪਾਵਨ ਬਾਣੀ ਦੇ ਸ਼ਬਦ ਵਿੱਚ ਸਾਨੂੰ ਇਦਾਂ ਦੀ ਪ੍ਰੇਰਨਾ ਦਿੰਦੇ ਨੇ, ਭਲਿਆ ਦੁਨਿਆਵੀ ਪਦਾਰਥਾਂ ਦੀ ਦੌੜ ਭੱਜ ਛੱਡ ਕੇ ਸੱਚ ਦੇ ਮਾਰਗ ਤੇ ਤੁਰ ਕੇ ਆਪਣੇ ਜੀਵਨ ਦੀ ਅਸਲੀਅਤ ਨੂੰ ਸਮਝ, ਔਰ ਦੁਨੀਆ ਦੇ ਵਿੱਚ ਤੈਨੂੰ ਇੰਨੀ ਕੁ ਬਿਰਤੀ ਦਾ ਮਾਲਕ ਹੋਵੇ, ਤੈਨੂੰ ਇੰਨੀ ਕੁ ਸਮਝ ਹੋਵੇ ਕੀ ਜ਼ਹਿਰ ਹੈ, ਕੀ ਅੰਮ੍ਰਿਤ ਹੈ, ਕੀ ਮਾੜਾ ਤੇ ਕੀ ਚੰਗਾ ਹੈ, ਕਿਸ ਚੀਜ਼ ਦੀ ਚੋਣ ਕਰਨੀ ਹੈ ਤੂੰ, ਕਿਹੜੀ ਤੇਰੇ ਭਲੇ ਦੀ ਹੈ। ਇਹ ਚੀਜ਼ ਦੀ ਚੋਣ ਕਰਨ ਵਾਲੀ ਪਹਿਲਾਂ ਬਿਰਤੀ ਗੁਰੂ ਕੋਲੋਂ ਸਿੱਖਣੀ ਹੈ, ਤਾਂ ਤੈਨੂੰ ਪਤਾ ਲੱਗੇਗਾ ਕਿ ਸੰਸਾਰ ਵਿੱਚ ਦੌੜ ਭੱਜ ਕਰਨੀ ਹੈ, ਕਿਹੜੀ ਚੀਜ਼ ਵਾਸਤੇ ਕਰਨੀ ਹੈ। ਜਦੋਂ ਵੀ ਭੱਜਣਾ ਹੈ, ਜਦੋਂ ਵੀ ਦੌੜਨਾ ਹੈ, ਮੇਰੇ ਮਨ ਵਾਰ-ਵਾਰ ਮਹਾਰਾਜ ਨੇ ਬਾਣੀ ਚ ਆਖਿਆ, ਮੇਰੇ ਮਨ ਭੱਜ। ਕੀ ਭੱਜਣਾ ਹੈ, ਕਿਹੜੀ ਚੀਜ਼ ਨੂੰ ਚੇਤੇ ਕਰਨਾ ਹੈ। ਰਾਮ ਨਾਮ ਨਿਸ਼ਾਨ, ਰੱਬ ਦੇ ਨਾਮ ਦੀ ਨਿਸ਼ਾਨੀ ਜਿਹੜੀ ਹੈ, ਉਹ ਕੀਮਤੀ ਫਰਮਾਨ ਜਿਹੜਾ ਹੈ, ਰੱਬ ਦੇ ਨਾਮ ਦਾ ਕੀਮਤੀ ਜਿਹੜਾ ਸਰਮਾਇਆ ਹੈ, ਉਹਦੇ ਮਗਰ ਦੌੜ ਭੱਜ ਕਰ ਤੇ ਉਹਦਾ ਭਜਨ ਕਰ, ਉਹਨੂੰ ਚੇਤੇ ਕਰ, ਐਸਾ ਕੁਝ ਆਖਿਆ। ਤੋ ਗੁਰੂ ਰਹਿਮਤ ਕਰੇ ਸਾਨੂੰ ਇਹ ਸੋਝੀ ਤੇ ਸਮਝ ਆ ਜਾਵੇ, ਤਾਂ ਕਿ ਜੀਵਨ ਵਿੱਚ ਅਸੀਂ ਐਸੀ ਕਮਾਈ ਕਰ ਸਕੀਏ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਪ ਸਭ ਦਾ ਧੰਨਵਾਦ, ਸ਼ੁਕਰ ਮਾਲਕ ਜੀ ਦਾ।